ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਹਾਲ ਹੀ ਵਿੱਚ ਐਬਟਸਫੋਰਡ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸਿੱਖ ਹੈਰੀਟੇਜ ਮਿਊਜ਼ੀਅਮ ਵਿੱਚ, ਜਿਸ ਵਿੱਚ ਕਿ ਜੋ 100 ਸਾਲਾ ਹੋ ਗਏ ਕਾਮਾਗਾਟਾ ਮਾਰੂ ਜਹਾਜ਼ ਦੇ ਹਾਦਸੇ ਨੂੰ ਉਸ ਨੂੰ ਕਮੈਮੋਰੇਟ ਕੀਤਾ ਗਿਆ। ਵੱਧ ਚੜ੍ਹ ਕੇ ਇੱਥੇ ਭਾਈਚਾਰੇ ਦੇ ਲੋਕ ਆਏ ਅਤੇ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਕਿਸ ਤਰੀਕੇ ਨਾਲ ਇਹ ਜੋ ਹਾਦਸਾ ਹੋਇਆ ਸੀ, ਇਹ ਇਨਸੀਡੈਂਟ ਹੋਇਆ ਸੀ, ਉਸ ਦਾ ਅੱਜ ਵੀ ਲੋਕਾਂ ਦੇ ਉੱਤੇ ਮਨਾਂ ਦੇ ਵਿੱਚ ਇੰਪੈਕਟ ਹੈ। ਅੱਜ ਅਸੀਂ ਇੱਥੇ ਇਕੱਠੇ ਹੋਏ ਸੀ, ਜੇ ਤੁਹਾਨੂੰ ਪਤਾ ਹੀ ਹੈ ਕਿ ਇਹ 100 ਸਾਲਾ ਮਨਾ ਰਹੇ ਹਾਂ ਅਸੀਂ ਕਾਮਾਗਾਟਾ ਮਾਰੂ ਦਾ ਆਇਆਂ ਨੂੰ ਕੈਨੇਡਾ ਵਿੱਚ, ਤੇ ਜਦੋਂ ਉਹਨਾਂ ਨੇ ਮੋੜ ਕੇ 2 ਮਹੀਨੇ ਬਾਅਦ ਮੋੜ ਦਿੱਤੀ ਸੀਗੀ ਸ਼ਿਪ। ਸੋ ਇਹ ਸਾਲ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਕਮੈਮੋਰੇਟ ਕਰਨਾ ਚਾਹੁੰਦੇ ਹਾਂ, ਯਾਦਾਸ਼ਤ ਲਿਆਉਣਾ ਚਾਹੁੰਦੇ ਹਾਂ ਕਮਿਊਨਿਟੀ ਲਈ ਕਿ ਕਾਮਾਗਾਟਾ ਮਾਰੂ ਸ਼ਿਪ ਆਈ ਸੀਗੀ ਅਤੇ ਉਦੋਂ ਦੇ ਕਾਨੂੰਨ ਇੰਨੇ ਖਰਾਬ ਸੀਗੇ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜੇ ਆਏ ਸੀ ਇੰਨੀ ਦੂਰ ਯਾਤਰਾ ਕਰਕੇ ਅਤੇ ਆਪਣੇ ਅਰਮਾਨ ਲੈ ਕੇ ਅਤੇ ਇੱਥੇ ਕੰਟਰੀ ਵਿੱਚ ਸੈਟਲ ਹੋਣ ਲਈ ਆਏ ਸੀ, ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਸੋ ਇਹ ਐਗਜ਼ੀਬਿਸ਼ਨ ਉਸ ਕਮੈਮੋਰੇਸ਼ਨ ਵਿੱਚ ਹੈ, ਸੈਂਟੈਨੀਅਲ ਕਮੈਮੋਰੇਸ਼ਨ ਵਿੱਚ, ਕਿ ਅਸੀਂ ਲੋਕਾਂ ਨੂੰ ਚਾਹੁੰਦੇ ਹਾਂ ਕਿ ਲੋਕ ਆ ਕੇ ਦੇਖਣ। ਅਤੇ ਆਲਦੋ ਲੋਕਾਂ ਨੂੰ ਪਤਾ ਹਿਸਟਰੀ, ਉਹਨਾਂ ਨੂੰ ਪਤਾ ਕਿ ਇੱਥੇ ਕਾਮਾਗਾਟਾ ਮਾਰੂ ਆਈ ਸੀ, ਪਰ ਜਿਹੜਾ ਅਸੀਂ ਕਮਿਊਨਿਟੀ ਦੀ ਮੈਮਰੀ ਹੈ, ਕਮਿਊਨਿਟੀ ਦੀ ਯਾਦਾਸ਼ਤ ਹੈ, ਉਹਨੂੰ ਅਸੀਂ ਥੋੜ੍ਹਾ ਜਿਹਾ ਡਿਸਟਰਬ ਕਰਨਾ ਚਾਹੁੰਦੇ ਹਾਂ। ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸੱਚੀ ਤੁਹਾਨੂੰ ਯਾਦ ਹੈ ਕਿ ਇਹ ਗੱਲਾਂ ਹੋਈਆਂ ਸੀਗੀਆਂ, ਜਿਹੜੀਆਂ ਤਕਲੀਫਾਂ ਹੋਈਆਂ ਸੀਗੀਆਂ, ਉਹਦੇ ਬਾਰੇ ਤੁਹਾਨੂੰ ਪਤਾ ਹੈ, ਤੁਹਾਨੂੰ ਗੂੜੀ ਯਾਦਾਸ਼ਤ ਹੈਗੀ ਜਾਂ ਗੂੜੀ ਇਨਫੋਰਮੇਸ਼ਨ ਹੈਗੀ। ਅਤੇ ਦੂਸਰਾ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਹੜੀ ਕਮਿਊਨਿਟੀ ਆਪਣੀ ਨਹੀਂ ਗਈ, ਪੰਜਾਬੀਆਂ ਦੀ ਨਹੀਂ ਹੈ ਜਾਂ ਹਿੰਦੂ ਜਾਂ ਸਿੱਖ ਨਹੀਂ ਗਏ ਜਾਂ ਇੰਡੀਆ ਤੋਂ ਨਹੀਂ ਆਏ ਲੋਕ, ਗੋਰੇ ਨੇ ਇੱਥੇ ਰਹਿੰਦੇ ਨੇ, ਜਾਂ ਸਾਡੇ ਬੱਚੇ ਆ ਜਿਹਨਾਂ ਨੂੰ ਨਹੀਂ ਪਤਾ ਕਿਉਂਕਿ ਸਕੂਲਾਂ ਵਿੱਚ ਇਹ ਪੜ੍ਹਾਈ ਨਹੀਂ ਜਾਂਦੀ ਚੀਜ਼, ਉਹ ਵੀ ਆ ਕੇ ਦੇਖਣ ਤਾਂ ਕਿ ਉਹਦੀ ਨੌਲੇਜ ਵਧੇ। ਐਂਡ ਮੈਮਰੀ ਇੱਦਾਂ ਦੀ ਚੀਜ਼ ਹੈ, ਜੇ ਆਪਾਂ ਭੁੱਲ ਜਾਈਏ ਜਿਹੜੀਆਂ ਚੀਜ਼ਾਂ ਹੋਈਆਂ ਫਿਰ ਅਸੀਂ ਸਾਡੇ ਲਈ ਬਹੁਤ ਮਾੜੀ ਚੀਜ਼ ਹੈ ਕਿਉਂਕਿ ਸ਼ਾਇਦ ਅਸੀਂ ਮੁੜ ਕੇ ਇਹੀ ਕੰਮ ਕਰ ਸਕੀਏ ਫਿਰ ਮੁੜ ਕੇ। ਸੋ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਐਗਜ਼ੀਬਿਸ਼ਨ ਲੱਗੀ ਜਾਵੇ ਅਤੇ ਇਹ ਐਗਜ਼ੀਬਿਸ਼ਨ ਦੇ ਰਾਹੀਂ ਕਮਿਊਨਿਟੀ ਦੀ ਐਜੂਕੇਸ਼ਨ ਹੋ ਸਕੇ। ਸੋ ਇਹ ਗੁਰਦੁਆਰਾ 1908 ਸ਼ੁਰੂ ਬਣਾਉਣ ਕੀਤਾ ਹੋਇਆ ਸੀ। ਜਿਹੜੇ ਪਾਇਨੀਅਰਸ ਪੁਰਾਣੇ ਜ਼ਮਾਨੇ ਉੱਥੇ ਰਹਿੰਦੇ ਸੀ, ਕੰਮ ਸੀ ਬਹੁਤ ਪਾਇਨੀਅਰਸ, ਪਰ ਉਹ ਸੋਚਦੇ ਸੀ ਕਿ ਸਾਨੂੰ ਗੁਰਦੁਆਰਾ ਚਾਹੀਦਾ ਹੈ, ਥਾਂ ਚਾਹੀਦਾ ਜਿੱਥੇ ਅਸੀਂ ਸਿੱਖ ਧਰਮ ਵੀ ਵਿਚਾਰ ਕਰ ਸਕਦੇ, ਪਰ ਅਸੀਂ ਇੱਕ ਦੂਸਰੇ ਨੂੰ ਵੀ ਮਦਦ ਕਰ ਸਕਦੇ। ਸੋ 1908 ਵਿੱਚ ਸ਼ੁਰੂ ਕੀਤਾ ਸੀ ਗੁਰਦੁਆਰਾ। 3 ਸਾਲ ਲੱਗ ਗਏ, ਬਹੁਤ ਮਿਹਨਤ ਨਾਲ ਬਣੀ ਸੀ, ਪਰ 1911 ਦੇ ਵਿੱਚ ਇਹ ਗੁਰਦੁਆਰਾ ਬਣ ਗਿਆ ਸੀ। ਪਹਿਲਾ ਗੁਰਦੁਆਰਾ ਆ, ਮਤਲਬ ਦੂਸਰਾ ਗੁਰਦੁਆਰਾ ਸੀ 2nd ਐਵਨਿਊ ਤੋਂ ਮਗਰੋਂ, ਪਰ ਇਹ ਇਕੱਲਾ ਗੁਰਦੁਆਰਾ ਹੈ ਜਿਹੜਾ ਹਜੇ ਰਹਿੰਦਾ ਆ, ਬਿਕਾਜ਼ 2nd ਐਵਨਿਊ ਗੁਰਦੁਆਰਾ ਆਫ ਕੋਰਸ ਹੁਣ ਉਹ ਰਾਸ ਸਟਰੀਟ ਵਾਲਾ ਗੁਰਦੁਆਰਾ ਬਣ ਗਿਆ। ਸੋ ਇਹ ਗੁਰਦੁਆਰਾ ਖਾਸ ਆ ਪੂਰੇ ਨਾਰਥ ਅਮਰੀਕਾ ਦੇ ਵਿੱਚ। ਕੈਨੇਡੀਅਨ ਸਿੱਖ ਹਿਸਟਰੀ ਦੇ ਵਿੱਚ ਐਬਸਫੋਰਡ ਦੇ ਹੈਰੀਟੇਜ ਗੁਰਦੁਆਰੇ ਦਾ ਬਹੁਤ ਖਾਸ ਸਥਾਨ ਹੈ ਕਿਉਂਕਿ ਅੱਜ ਤੋਂ 100 ਸਾਲ ਤੋਂ ਵੱਧ ਸਮਾਂ ਪਹਿਲਾਂ ਇਹੀ ਜਗ੍ਹਾ ਸੀ ਜਿੱਥੇ ਗਦਰੀ ਯੋਧਿਆਂ ਨੇ ਸਟਰਗਲ ਸ਼ੁਰੂ ਕੀਤਾ। ਇਹੀ ਥਾਂ ਸੀ ਜਿਸ ਨੂੰ ਭਾਈ ਕਰਮ ਸਿੰਘ ਜੀ ਦੌਲਤਪੁਰ, ਜਿਹੜੇ ਬੱਬਰ ਅਕਾਲੀ ਯੋਧੇ ਹੋਏ, ਜਿਨ੍ਹਾਂ ਨੇ ਜਾਣ ਵੇਲੇ ਆਪਣੀ ਜ਼ਮੀਨ ਜਾਇਦਾਦ ਸਮਰਪਿਤ ਕੀਤੀ ਅਤੇ ਇੰਡੀਆ ਦੇ ਵਿੱਚ ਜਾ ਕੇ ਸ਼ਹੀਦ ਹੋ ਗਏ। ਇਹੀ ਜਗ੍ਹਾ ਸੀ ਜਿੱਥੋਂ ਮਹਾਨ ਯੋਧੇ ਸੁਮਸ ਬਾਰਡਰ ਤੋਂ ਆ ਕੇ ਰੁਕਦੇ ਅਤੇ ਇਹ ਸੋਚਦੇ ਕਿ ਕਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਜਿਹੜਾ ਨਸਲਵਾਦ ਹੈ, ਰੰਗ ਨਸਲ ਦੀ ਨੀਤੀ ਹੈ, ਜਾਂ ਇੰਡੀਅਨ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ, ਜਾਂ ਭਾਰਤ ਦੇ ਵਿੱਚ ਜਿਹੜੀ ਗੁਲਾਮੀ ਹੈ, ਕਿਵੇਂ ਦੂਰ ਕੀਤਾ ਜਾਏ। ਕਿਉਂਕਿ ਕੈਨੇਡਾ ਦੀ ਸਿੱਖ ਹਿਸਟਰੀ ਬੜੀ ਰਿਚ ਹਿਸਟਰੀ ਹੈ ਅਤੇ ਇਸ ਦੀ ਬੜੀ ਮਹੱਤਤਾ। ਖੁਦ ਮੈਨੂੰ ਜਦੋਂ ਇਸ 'ਤੇ ਰਿਸਰਚ ਕਰਨ ਦਾ ਮੌਕਾ ਮਿਲਿਆ ਅਤੇ 100 ਸਾਲ ਕੈਨੇਡਾ ਦੇ ਸਾਡੇ ਭਾਈਚਾਰੇ ਦੇ ਉਹਨਾਂ 'ਚੋਂ ਸਟੱਡੀ ਕੀਤੀ ਕਿ ਸਭ ਤੋਂ ਵੱਡੀ ਗੱਲ ਇਹ ਸੀ ਕਿ 100 ਸਾਲ ਪਹਿਲਾਂ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਇੱਥੇ ਆਇਆ ਸੀ, ਉਸ ਜਹਾਜ਼ ਨੂੰ ਲਿਆਉਣ ਲਈ ਭਾਈ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਨੇ ਇੱਕ ਚੈਲੰਜ ਪੇਸ਼ ਕੀਤਾ ਸੀ ਕੰਟੀਨਿਊਸ ਜਰਨੀ ਦੇ ਤੌਰ 'ਤੇ। ਇੱਕ ਕਾਨੂੰਨ ਸੀ ਕਿ ਜਿਹੜਾ ਸਿੱਧਾ ਹਿੰਦੁਸਤਾਨ ਤੋਂ ਕੈਨੇਡਾ ਆਏ ਉਹੀ ਆ ਸਕਦਾ, ਅਤੇ ਉਸ ਨੂੰ ਚੈਲੰਜ ਕਰਨ ਲਈ ਉਹਨਾਂ ਨੇ 376 ਮੁਸਾਫਰ ਇੱਥੇ ਲਿਆਂਦੇ ਅਤੇ 14 ਜੋ ਮਈ ਮਹੀਨੇ 23 ਤਾਰੀਖ ਨੂੰ ਇਹ ਜਹਾਜ਼ ਇੱਥੇ ਪਹੁੰਚਿਆ। ਪਰ ਇਸ 1914 ਦੀ ਘਟਨਾ ਨੂੰ ਅੱਜ 100 ਸਾਲ ਹੋ ਗਏ। ਅੱਜ ਸਾਡੇ ਬੱਚਿਆਂ ਨੂੰ ਪਤਾ ਨਹੀਂ ਕਿ ਉਹ ਜਹਾਜ਼ ਮੋੜਿਆ ਗਿਆ ਅਤੇ ਕੀ ਵਧੀਕੀਆਂ ਹੋਈਆਂ। 2 ਮਹੀਨੇ ਉਹ ਜਹਾਜ਼ ਜੋ ਸਮੁੰਦਰ ਦੇ ਵਿੱਚ ਖੜਾ ਰਿਹਾ, ਕਿਸ ਤਰੀਕੇ ਨਾਲ ਉਹ ਬੰਦੇ ਜਿਉਂਦੇ ਰਹੇ ਅਤੇ ਕੀ ਉਹਨਾਂ ਨੂੰ ਸਹਿਣ ਕਰਨਾ ਪਿਆ। ਇੱਕ ਸਮਾਂ ਉਹ ਵੀ ਆਇਆ ਜਦੋਂ ਗੋਲੀਆਂ ਮਾਰ ਕੇ ਜਾਂ ਕਿਸੇ ਤਰੀਕੇ ਨਾਲ ਜਹਾਜ਼ ਨੂੰ ਅੱਗ ਲਾ ਕੇ ਫੂਕਣ ਦੀਆਂ ਸਕੀਮਾਂ ਵੀ ਹੋਈਆਂ, ਜਾਂ ਮੁਸਾਫਰਾਂ 'ਤੇ ਹਮਲਾ ਕਰਨ ਦੀਆਂ ਤਰਤੀਬਾਂ ਘਟੀਆਂ ਗਈਆਂ। ਪਰ ਉਸ ਵੇਲੇ ਭਾਈ ਭਾਗ ਸਿੰਘ ਵਰਗੇ, ਭਾਈ ਬਤਨ ਸਿੰਘ ਵਰਗੇ, ਭਾਈ ਮੇਵਾ ਸਿੰਘ ਵਰਗੇ ਉਹ ਯੋਧੇ ਸਨ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਜੇਕਰ ਇਸ ਜਹਾਜ਼ ਦੇ ਮੁਸਾਫਰ ਨੂੰ ਕਿਸੇ ਨੂੰ ਵੀ ਕੋਈ ਖਤਰਾ ਪੇਸ਼ ਆਇਆ ਤਾਂ ਵੈਨਕੂਵਰ ਨੂੰ ਅੱਗ ਦੀਆਂ ਲਪਟਾਂ 'ਚ ਫੂਕ ਦਿੱਤਾ ਜਾਏਗਾ।
ਅਸੀਂ ਜਿੱਦਾਂ ਸਾਡੇ 100 ਸਾਲ ਹੋ ਗਏ ਸਾਨੂੰ ਆਇਆਂ ਨੂੰ ਕੈਨੇਡਾ ਵਿੱਚ, ਪਰ ਇਹ ਜਿਹੜੀ 100 ਸਾਲ ਦੀ ਹਿਸਟਰੀ ਹੈ ਅਸੀਂ ਕਿਤਾਬਾਂ 'ਚ ਵਿੱਚ ਨਹੀਂ ਲਿਖੀ। ਅਸੀਂ ਕਿਸੇ ਨੂੰ ਦੱਸਿਆ ਹੀ ਨਹੀਂ ਵੀ ਕੀ ਹੋਇਆ, ਅਸੀਂ ਕਿੱਦਾਂ ਆਏ, ਸਾਡੀਆਂ ਕੀ ਤਕਲੀਫਾਂ ਸੀਗੀਆਂ। ਸਕੂਲਾਂ ਵਿੱਚ ਪੜ੍ਹਾਈ ਨਹੀਂ ਜਾਂਦੀ, ਬਹੁਤ ਥੋੜ੍ਹੀ ਜਿਹੀ ਪੜ੍ਹਾਈ ਜਾਂਦੀ ਹੈ। ਘਰਾਂ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ। ਐਕਚੁਅਲੀ ਲੋਕਾਂ ਨੂੰ ਪਤਾ ਨਹੀਂ ਅਸੀਂ ਕੀ ਹਿਸਟਰੀ ਦੱਸੀ ਹੈ, ਕਿਉਂਕਿ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਕਿ ਸਾਡਾ ਕੀ ਹੋਇਆ ਸੀ। ਫਿਰ ਜਿਹੜੇ 5000 ਲੋਕ ਸੀ ਜਿਹੜੇ ਪਹਿਲਾਂ ਆਏ ਸੀ, ਸ਼ਾਇਦ ਉਹਨਾਂ ਨੂੰ ਸਟੋਰੀਆਂ ਪਤਾ, ਪਰ ਉਹ ਤੋਂ ਗਾਂਹ ਕਿਸੇ ਨੇ ਸਟੋਰੀਆਂ ਅਲਾਈਵ ਨਹੀਂ ਰੱਖੀਆਂ। ਪੁਰਾਣਾ ਹੁੰਦਾ ਸੀ ਹਿਸਾਬ ਕਿ ਘਰ ਵਿੱਚ ਨਾ ਬਜ਼ੁਰਗ ਕਹਾਣੀਆਂ ਆਪਣੇ ਬੱਚਿਆਂ ਨੂੰ ਦੱਸ ਦਿੰਦੇ ਸੀਗੇ ਅਤੇ ਉਸ ਦੇ ਰਾਹੀਂ ਓਰਲ ਹਿਸਟਰੀ ਦੇ ਰਾਹੀਂ ਆਪਾਂ ਸਿੱਖ ਲੈਂਦੇ ਸੀਗੇ। ਪਰ ਹੁਣ ਸਭ ਕੁਝ ਆਪਾਂ ਸੋਚਦੇ ਹਾਂ ਹਿਸਟਰੀ ਬੁੱਕਾਂ ਵਿੱਚ ਹੈ, ਕਿਤਾਬਾਂ ਵਿੱਚ ਹੈ। ਤੁਸੀਂ ਕਿਤਾਬ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਏਗਾ, ਪਰ ਜੇ ਉਹ ਕਿਤਾਬ ਵਿੱਚ ਉਹ ਹਿਸਟਰੀ ਲਿਖੀ ਹੋਈ ਨਹੀਂ ਹੋਈ ਕਿਸੇ ਨੇ, ਫਿਰ ਉਹਨੂੰ ਕਿੱਥੋਂ ਇਹ ਪਤਾ ਲੱਗੇਗਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਸੈਕਿੰਡ ਜਨਰੇਸ਼ਨ, ਥਰਡ ਜਨਰੇਸ਼ਨ ਦੇ ਬੱਚੇ ਹੈ ਜਿਨ੍ਹਾਂ ਨੂੰ ਇਸ ਗੱਲ ਬਾਰੇ ਕੋਈ ਨੌਲੇਜ ਨਹੀਂ ਹੈ, ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਕਸੂਰ ਸਾਡਾ ਹੈ ਕਿ ਅਸੀਂ ਉਹਨਾਂ ਨੂੰ ਆਪਣੀ ਇਨਫੋਰਮੇਸ਼ਨ ਦੱਸ ਨਹੀਂ ਸਕੇ, ਕਿ ਅਸੀਂ ਆਪਣੀ ਹਿਸਟਰੀ ਨੂੰ ਉਹ ਇੰਪੋਰਟੈਂਸ ਨਹੀਂ ਦੇ ਸਕੇ ਕਿ ਸਾਡੇ ਬੱਚੇ ਸਿੱਖ ਸਕਣ। ਜਿਹੜੇ ਸਿੱਖ ਪਾਇਨੀਅਰਸ ਆਏ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਬਹੁਤ ਉਹ ਜਿਹੜੇ ਸਿੱਖ ਪਾਇਨੀਅਰ ਸੀ ਐਬਸਫੋਰਡ ਦੇ ਵਿੱਚ ਆਏ ਸੀ। ਜਿਹੜੇ ਸਾਡਾ ਲੋਕਲ ਮਿਲ ਸੀ ਟ੍ਰਿਥੂਈ ਮਿਲ ਕੰਪਨੀ, ਉਹਦੇ ਉੱਥੇ ਕੰਮ ਕਰਦੇ ਸੀ। ਸੋ ਇੱਕ ਖਾਸ ਗੱਲ ਹੈ ਜਿਹੜੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਗੁਰਦੁਆਰਾ ਬਣਾਉਣਾ ਚਾਹੁੰਦੇ, ਟ੍ਰਿਥੂਈ ਕੰਪਨੀ ਵਾਲੇ ਨੇ ਉਹਨੇ ਡੋਨੇਟ ਕੀਤਾ ਆ ਮਿਲ, ਉਸ ਮਿਲ ਵਰਕਰ 'ਚ ਕਹਿ ਦਿੰਦੇ ਆ ਰਾਈਟ, ਜਦੋਂ ਕੰਮ ਕਰਦੇ ਸੀ ਉਹ ਹੱਥ ਮੋਢੇ 'ਤੇ ਧਰ ਕੇ ਉਹ ਲੱਕੜ ਇਸ ਗੁਰਦੁਆਰੇ ਨਾਲ ਬਣਾਇਆ, ਇੱਕ ਲੱਕੜ ਪੀਸ ਲਾਈਕ ਲਗਾ ਕੇ। ਬਹੁਤ ਔਖਾ ਕੰਮ ਸੀ। ਸੋ ਜਦੋਂ ਤੁਸੀਂ ਗੁਰਦੁਆਰੇ ਆਓਗੇ ਤੇ ਦੇਖੋਗੇ ਉਹੀ ਲੱਕੜ ਹਜੇ ਤੱਕ ਉਹੀ ਲੱਕੜ ਆ ਜਿਹੜਾ ਪਾਇਨੀਅਰਸ ਨੇ ਪਹਿਲਾਂ ਬਣਾਇਆ। ਸੋ ਅਸੀਂ ਯੂਨੀਵਰਸਿਟੀ ਆਫ ਦ ਫਰੇਜ਼ਰ ਵੈਲੀ ਤੇ ਖਾਲਸਾ ਦੀਵਾਨ ਸੁਸਾਇਟੀ ਤੇ ਰੀਚ ਗੈਲਰੀ ਨੇ 2011 ਵਿੱਚ ਇੱਕ ਮੈਮੋਰੈਂਡਮ ਕੀਤਾ ਸੀਗਾ, ਜਿਹਦੇ ਰਾਹੀਂ ਅਸੀਂ 10 ਸਾਲ ਲਈ ਇਹ ਮਿਊਜ਼ੀਅਮ ਕੀਪ ਇਟ ਰਨਿੰਗ, ਕੀਪ ਇਟ ਗੋਇੰਗ। ਹਰ 6 ਮਹੀਨੇ ਬਾਅਦ ਅਸੀਂ ਐਗਜ਼ੀਬਿਸ਼ਨ ਲਗਾਉਂਦੇ ਹਾਂ। ਇਸ ਸਾਲ ਅਸੀਂ ਸਾਰਾ ਸਾਲ ਕੋਮਾਗਾਟਾਮਰੂ ਦੀ ਐਗਜ਼ੀਬਿਸ਼ਨ ਲਗਾਉਣੀ ਹੈ, ਬਿਕੋਜ਼ ਇਹ ਬਹੁਤ ਜ਼ਰੂਰੀ ਸਾਲ ਹੈ, ਸੈਂਟੈਨੀਅਲ ਈਅਰ ਹੈ। ਸੋ ਸਾਡਾ ਕੰਮ ਹੈਗਾ ਕਿ ਰਿਸਰਚ ਕਰਨੀ, ਫੈਕਟਸ ਲੱਭਣੇ, ਜਿਹੜੀ ਇਨਫੋਰਮੇਸ਼ਨ ਅਸੀਂ ਪ੍ਰੈਜ਼ੈਂਟ ਕਰ ਰਹੇ ਹਾਂ ਉਹ ਫੈਕਚੁਅਲ ਹੋਵੇ, ਉਹਦੇ ਵਿੱਚ ਕੋਈ ਗਲਤ ਚੀਜ਼ ਨਾ ਲਿਖੀ ਜਾਵੇ। ਸਾਡਾ ਇਹ ਕੰਮ ਹੈ। ਖਾਲਸਾ ਦੀਵਾਨ ਸੁਸਾਇਟੀ ਦਾ ਕੰਮ ਹੈ ਕਿ ਮਿਊਜ਼ੀਅਮ ਨੂੰ ਮੇਨਟੇਨ ਕਰਨਾ ਅਤੇ ਕਮਿਊਨਿਟੀ ਨੂੰ ਐਕਸੈਸ ਦੇਣਾ ਤਾਂ ਕਿ ਕਮਿਊਨਿਟੀ ਆ ਕੇ ਦੇਖ ਸਕੇ। ਗਿਵ ਇਟ ਦੀ ਇੰਪੋਰਟੈਂਸ ਜਿਹੜੀ ਅਸੀਂ ਸਮਝਦੇ ਹਾਂ, ਹਿਸਟਰੀ ਸ਼ੁੱਡ ਬੀ ਗਿਵਨ ਦੀ ਇੰਪੋਰਟੈਂਸ ਦੈਟ ਇਟ ਰਿਕੁਆਇਰਸ। ਸੋ ਦਿਸ ਇਜ਼ ਵਨ ਵੈਨਿਊ ਜਿਹੜਾ ਇਸ ਮੁਤਾਬਕ ਸਾਡੀ ਹਿਸਟਰੀ ਰਿਕਾਰਡ ਹੋ ਰਹੀ ਹੈ। ਮਕਸਦ ਸਾਡਾ ਇਹੀ ਆ ਕਿ ਬੱਚੇ ਆਉਣ, ਬਜ਼ੁਰਗ ਆਉਣ, ਕੋਈ ਵੀ ਆਉਣ ਤੇ ਸਾਡਾ ਇਤਿਹਾਸ ਦੇਖੋ। ਕਿਤਾਬਾਂ 'ਚ ਪੜ੍ਹਨ ਨੂੰ ਕਈ ਵਾਰੀ ਔਖਾ ਲੱਗਦਾ ਅਗਲਿਆਂ ਨੂੰ, ਪਰ ਜਿਹੜਾ ਅਸੀਂ ਇਤਿਹਾਸ ਦਿਖਾਉਂਦੇ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ। ਤੁਸੀਂ ਪਾਸਪੋਰਟ ਦੇ ਫੋਟੋਆਂ ਦੇਖ ਸਕਦੇ, ਪੁਰਾਣੇ ਫੋਟੋਆਂ ਦੇਖ ਸਕਦੇ ਆ। ਆਏਂ ਜਿਵੇਂ ਐਕਸਾਈਟਮੈਂਟ ਜੀ ਬਣ ਜਾਂਦੀ ਬੱਚਿਆਂ ਨੂੰ, ਛੋਟੇ ਤੱਕ ਵੱਡੇ ਤੱਕ, ਕਿ ਇਹ ਸਾਡੀ ਇਤਿਹਾਸ ਹੈ, ਆਏਂ ਗੁਰਦੁਆਰੇ ਬਣੇ, ਇੰਨਾ ਮਿਹਨਤ ਨਾਲ ਬਣਿਆ ਆ। ਬਹੁਤ ਖਾਸ ਚੀਜ਼ ਆ, ਚੰਗੀ ਗੱਲ ਆ ਕਿ ਇੱਦਾਂ ਤੁਸੀਂ ਸਿੱਖ ਸਕਣ। ਤੁਸੀਂ ਗੁਰਦੁਆਰੇ ਜਦੋਂ ਮਰਜ਼ੀ ਆ ਸਕਦੇ, ਮਿਊਜ਼ੀਅਮ ਆ ਸਕਦੇ ਦੇਖਣ ਨੂੰ। 7 ਦਿਨ ਖੁੱਲ੍ਹੇ ਹੁੰਦਾ 10 ਤੋਂ 4 ਵਜੇ ਤੱਕ, ਅਤੇ ਕੋਈ ਵੀ ਆ ਸਕਦੇ, ਕੋਈ ਵੀ ਕਮਿਊਨਿਟੀ ਵੱਲੋਂ ਆ ਸਕਦੇ। ਜੇ ਤੁਸੀਂ ਗੋਰੇ ਨੂੰ ਬੁਲਾਉਣਾ ਚਾਹੁੰਦੇ, ਦਿਖਾਉਣਾ ਚਾਹੁੰਦੇ, ਜ਼ਰੂਰ ਪਲੀਜ਼ ਲੈ ਕੇ ਆਇਓ ਸਾਰਿਆਂ ਨੂੰ।